हेलो एवरीवन एंड वेलकम बैक टू लर्निंग पीक चैनल। आज अपना टॉपिक है इंडियन कौंसिल एक्ट 1909 यानी कि भारतीय कौंसिल एक्ट 1909। ਆਪਾਂ कर रहे हैं ਲੈਕਚਰ ਨੰਬਰ 7 ऑफ इंडियन पॉलिटी सीरीज़। ਅੱਜ ਦਾ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਬਰੀਫਲੀ ਦੱਸ ਦਿੰਦੀ ਹਾਂ what we actually learning about। we are learning about the historical background of Indian polity यानी कि ਭਾਰਤੀ ਰਾਜਨੀਤੀ ਦੀ ਇਤਿਹਾਸਿਕ ਪਿਛੋਕੜ, ਜਿਹਨੂੰ ਆਪਾਂ ਨੇ ਦੋ ਸੈਕਸ਼ਨ 'ਚ ਡਿਵਾਈਡ ਕੀਤਾ ਹੈ। ਪਹਿਲਾ ਸੈਕਸ਼ਨ ਜਿਹੜਾ ਹੈ ਉਹ ਈਸਟ ਇੰਡੀਆ ਕੰਪਨੀ ਦੇ ਟਾਈਮ ਦੇ ਦੌਰਾਨ ਹੈ, ਜਿੰਨੇ ਵੀ ਐਕਟ ਔਰ ਰਿਫਾਰਮਸ ਆਏ ਉਹਨਾਂ ਦਾ ਕੀ ਅਸਰ ਹੋਇਆ ਡਾਇਰੈਕਟਲੀ ਇੰਡੀਅਨ ਪੋਲਿਟੀ ਤੇ ਇਨਡਾਇਰੈਕਟਲੀ ਭਾਰਤ ਦੇ ਇਤਿਹਾਸ ਤੇ ਉਹ ਆਪਾਂ ਪੜ੍ਹ ਚੁੱਕੇ ਹਾਂ। ਜਿਹੜਾ ਈਸਟ ਇੰਡੀਆ ਕੰਪਨੀ ਹੈ ਇਹਦੀ ਟਾਈਮ ਲਾਈਨ ਸੀਗੀ 1773 ਤੋਂ ਲੈ ਕੇ 1857 ਤੱਕ। 1857 ਦੇ ਵਿਦਰੋਹ ਤੋਂ ਬਾਅਦ ਬ੍ਰਿਟੇਨ ਦੀ ਪਾਰਲੀਮੈਂਟ ਤੇ ਉੱਥੇ ਦੇ ਮੋਨਾਰਕ ਨੇ ਭਾਰਤ ਤੇ ਡਾਇਰੈਕਟ ਕੰਟਰੋਲ ਕਰ ਲਿਆ। ਤੇ ਜਿਹੜਾ ਆਪਣਾ ਟੌਪਿਕ ਹੈ ਇੰਡੀਅਨ ਕਾਉਂਸਲ ਐਕਟ 1909, ਇਹ ਉਸੀ ਟਾਈਮ ਲਾਈਨ ਦੇ ਅੰਡਰ ਆਂਦਾ ਹੈ, ਯਾਨੀ ਕਿ 1857 ਤੋਂ ਲੈ ਕੇ ਆਜ਼ਾਦੀ ਤੱਕ 1947 ਤੱਕ, ਜਦੋਂ ਤੱਕ ਅੰਗਰੇਜ਼ਾਂ ਨੇ ਆਪਣੇ ਤੇ ਰਾਜ ਕੀਤਾ, ਉੱਥੇ ਦੇ ਮੋਨਾਰਕ ਨੇ ਆਪਣੇ ਤੇ ਰਾਜ ਕੀਤਾ, ਤੇ ਉਹ ਜਿੰਨੇ ਵੀ ਐਕਟ ਔਰ ਰਿਫਾਰਮਸ ਲੈ ਕੇ ਆਏ ਆਪਾਂ ਉਹ ਪੜ੍ਹ ਰਹੇ ਹਾਂ। ਅੱਜ ਆਪਣਾ 4th ਐਕਟ ਹੈ ਉਸ ਟਾਈਮ ਪੀਰੀਅਡ ਦਾ। ਤੇ ਇਹ ਜਿਹੜਾ ਐਕਟ ਹੈ ਇਹਨੇ ਬਹੁਤ ਰਿਮਾਰਕੇਬਲ ਚੇਂਜਸ ਲਿਆਂਦੇ ਇੰਡੀਅਨ ਪੋਲਿਟੀ ਦੇ ਵਿੱਚ ਤੇ ਇਨਡਾਇਰੈਕਟਲੀ ਇੰਡੀਅਨ ਹਿਸਟਰੀ ਦੇ ਵਿੱਚ। ਪੜ੍ਹਦੇ ਹਾਂ ਅੱਜ ਦਾ ਟੌਪਿਕ। ਹੁਣ ਜਿਹੜਾ ਇੰਡੀਅਨ ਕੌਂਸਲ ਐਕਟ 1909 ਹੈ ਉਹਨੂੰ ਆਪਾਂ ਇੱਕ ਹੋਰ ਨਾਮ ਨਾਲ ਜਾਣਦੇ ਹਾਂ, ਮੌਰਲੇ ਮਿੰਟੋ ਰਿਫਾਰਮ। ਕਿਉਂ ਜਾਣਦੇ ਹਾਂ ਇਸ ਨਾਮ ਨਾਲ? ਕਿਉਂਕਿ ਉਸ ਟਾਈਮ ਦੇ ਜਿਹੜੇ ਸੈਕਟਰੀ ਆਫ ਸਟੇਟ ਸੀਗੇ ਉਹਨਾਂ ਦਾ ਨਾਮ ਸੀਗਾ ਜੌਨ ਮੌਰਲੇ, ਤੇ ਜਿਹੜੇ ਇੰਡੀਆ ਦੇ ਵਾਇਸਰॉय ਸੀ ਉਹਨਾਂ ਦਾ ਨਾਮ ਸੀਗਾ ਲਾਰਡ ਮਿੰਟੋ। ਇਹਨਾਂ ਦੋਨਾਂ ਨੇ ਮਿਲ ਕੇ ਇਹ ਰਿਫਾਰਮ ਨੂੰ ਇੰਟਰੋਡਿਊਸ ਕੀਤਾ ਸੀ। ਤਾਂ ਫੇਮਸਲੀ ਇਹਨਾਂ ਦੋਨਾਂ ਦੇ ਨਾਮ ਤੋਂ ਹੀ ਇਸ ਕੌਂਸਲ ਐਕਟ ਨੂੰ ਜਾਣਿਆ ਜਾਂਦਾ ਹੈ ਜਿਹੜਾ 1909 ਦਾ ਹੈ। ਹੁਣ ਅਗਰ ਪੇਪਰ 'ਚ ਕੁਐਸਚਨ ਆ ਜਾਏ ਕਿ ਮੌਰਲੇ ਮਿੰਟੋ ਰਿਫਾਰਮ ਕਦੋਂ ਇੰਟਰੋਡਿਊਸ ਹੋਏ ਸੀ ਇੰਡੀਆ 'ਚ, ਤਾਂ ਇਹਦਾ ਆਨਸਰ ਹੈ 1909। ਜਾਂ ਕੁਐਸਚਨ ਆ ਜਾਏ ਕਿ ਭਾਰਤੀ ਕੌਂਸਲ ਐਕਟ 1909 ਨੂੰ ਹੋਰ ਕਿੰਨਾ ਨਾਮਾਂ ਵਜੋਂ ਜਾਣਿਆ ਜਾਂਦਾ ਹੈ, ਤਾਂ ਦੂਸਰਾ ਨਾਮ ਹੈਗਾ ਇੰਡੀਅਨ ਕੌਂਸਲ ਐਕਟ ਦਾ ਮੌਰਲੇ ਮਿੰਟੋ ਰਿਫਾਰਮ। ਅੱਗੇ ਚੱਲਦੇ ਹਾਂ ਕਿ ਹੋਰ ਕਿਆ ਮੇਜਰ ਚੇਂਜਸ ਲੈ ਕੇ ਆਇਆ ਸੀ ਮੌਰਲੇ ਮਿੰਟੋ ਰਿਫਾਰਮ। ਸਭ ਤੋਂ ਪਹਿਲਾਂ ਇੰਟਰੋਡਕਸ਼ਨ ਆਫ ਵਰਡ ਇਲੈਕਸ਼ਨਸ ਟੂ ਦ ਲੈਜਿਸਲੇਟਿਵ ਕੌਂਸਲ। ਸਭ ਤੋਂ ਪਹਿਲੇ ਜਿਹੜੇ ਇਲੈਕਸ਼ਨ ਹੋਏ ਸੀ ਉਹ 1909 ਦੇ ਵਿੱਚ ਹੋਏ ਸੀਗੇ। ਇਸ ਵਰਡ ਨੂੰ ਇੱਕ ਐਕਟ ਦੇ ਰੂਪ 'ਚ ਇੰਟਰੋਡਿਊਸ ਕੀਤਾ ਸੀਗਾ। ਸਭ ਤੋਂ ਪਹਿਲੇ ਫਿਜ਼ੀਕਲ ਇਲੈਕਸ਼ਨ ਜਿਹੜੇ ਹੋਏ ਸੀ ਉਹ ਮੌਰਲੇ ਮਿੰਟੋ ਰਿਫਾਰਮਸ ਦੇ ਕਾਰਨ ਹੀ ਹੋਏ ਸੀ। ਪਰ ਯਾਦ ਰੱਖਿਓ ਕਿ ਜਿਹੜੇ ਵੋਟ ਪਾਉਣ ਦਾ ਰਾਈਟ ਹੈ ਇਹ ਹਰ ਕਿਸੇ ਕੋਲੇ ਨਹੀਂ ਸੀਗਾ। ਇੱਕ ਸਪੈਸ਼ਲ ਐਲੀਜੀਬਿਲਿਟੀ ਕ੍ਰਾਈਟੀਰੀਆ ਸੀ ਜੋ ਬ੍ਰਿਟੇਨ ਦੀ ਪਾਰਲੀਮੈਂਟ ਤੇ ਉੱਥੇ ਦੇ ਮੋਨਾਰਕ ਨੇ ਡਿਸਾਈਡ ਕੀਤਾ ਸੀਗਾ। ਸਿਰਫ ਕੁਝ ਸਿਲੈਕਟਡ ਲੋਕ ਹੀ ਵੋਟ ਪਾ ਸਕਦੇ ਸੀ। ਬੇਸਿਕਲੀ ਉਹ ਲੋਕ ਵੋਟ ਪਾ ਸਕਦੇ ਸੀ ਜਿਹੜੇ ਹਾਈ ਟੈਕਸ ਪੇ ਕਰਦੇ ਸੀ, ਜਾਂ ਜਿਹੜੇ ਵੈਲਦੀ ਪੀਪਲ ਸੀਗੇ, ਜਾਂ ਜਿਹੜੇ ਪੋਲੀਟੀਕਲੀ ਥੋੜ੍ਹੇ ਐਕਟਿਵ ਸੀਗੇ। ਠੀਕ ਹੈ। ਤੇ ਹੁਣ ਜਿਹੜੀ ਲੈਜਿਸਲੇਟਿਵ ਕੌਂਸਲ ਹੈ ਤੁਹਾਨੂੰ ਪਤਾ ਹੈ ਕਿ ਡੀਸੈਂਟਰਲਾਈਜੇਸ਼ਨ ਹੋ ਰਹੀ ਸੀ, ਤੇ ਲੈਜਿਸਲੇਟਿਵ ਕੌਂਸਲ ਵੀ ਦੋ ਟਾਈਪ ਦੀ ਸੀ। ਇੱਕ ਸੈਂਟਰਲ ਲੈਜਿਸਲੇਟਿਵ ਕੌਂਸਲ ਸੀ ਤੇ ਦੂਸਰੀ ਪ੍ਰੋਵਿੰਸ਼ੀਅਲ ਲੈਵਲ ਤੇ ਲੈਜਿਸਲੇਟਿਵ ਕੌਂਸਲ ਸੀ। ਜਿਹੜੀ ਸੈਂਟਰ ਤੇ ਲੈਜਿਸਲੇਟਿਵ ਕੌਂਸਲ ਸੀਗੀ ਉਹਦੇ ਪਹਿਲਾਂ 16 ਮੈਂਬਰ ਸੀਗੇ, ਫਿਰ ਉਹਨੂੰ ਵਧਾ ਕੇ 60 ਕਰਤਾ ਸੀ। ਤੇ ਜਿਹੜੀ ਪ੍ਰੋਵਿੰਸ਼ੀਅਲ ਲੈਵਲ ਤੇ ਲੈਜਿਸਲੇਟਿਵ ਕੌਂਸਲ ਸੀ ਉਹ ਯੂਨੀਫਾਰਮ ਨਹੀਂ ਸੀਗੀ। ਠੀਕ ਹੈ। ਤੇ ਅਗਲਾ ਪੁਆਇੰਟ ਆਪਾਂ ਪੜ੍ਹਦੇ ਹਾਂ, ਐਟ ਸੈਂਟਰਲ ਲੈਜਿਸਲੇਟਿਵ ਕੌਂਸਲਸ ਆਫੀਸ਼ੀਅਲ ਮੈਂਬਰਸ ਟੂ ਬੀ ਇਨ ਮੈਜੋਰਿਟੀ। ਹੁਣ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਦੋ ਟਾਈਪ ਦੀ ਲੈਜਿਸਲੇਟਿਵ ਕੌਂਸਲ ਸੀ, ਉਹਨਾਂ 'ਚੋਂ ਇੱਕ ਸੈਂਟਰਲ ਲੈਵਲ ਤੇ ਸਿਰਫ ਉਹੀ ਲੋਕ ਜਿਹੜੇ ਆਫੀਸ਼ੀਅਲੀ ਮੈਂਬਰ ਬਣ ਸਕਦੇ ਨੇ ਜਿਹੜੇ ਮੈਜੋਰਿਟੀ 'ਚ ਆਉਣਗੇ। ਆਫੀਸ਼ੀਅਲ ਮੈਂਬਰ ਹੋਣਾ ਤੁਹਾਡਾ ਜ਼ਰੂਰੀ ਹੈ ਤੇ ਤੁਹਾਡੇ ਕੋਲ ਮੈਜੋਰਿਟੀ ਵੀ ਹੋਣੀ ਜ਼ਰੂਰੀ ਹੈ। ਔਰ ਸਟੇਟ ਯਾਨੀ ਕਿ ਪ੍ਰੋਵਿੰਸਿਸ ਸੀਗੀਆਂ ਉਦੋਂ ਜਿਹੜੀਆਂ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕੌਂਸਲ 'ਚ ਨੌਨ ਆਫੀਸ਼ੀਅਲ ਮੈਂਬਰਸ ਵੀ ਅਗਰ ਮੈਜੋਰਿਟੀ 'ਚ ਆਉਣਗੇ ਤਾਂ ਉਹ ਵੀ ਕੌਂਸਲ ਦਾ ਪਾਰਟ ਬਣਨਗੇ ਐਟ ਪ੍ਰੋਵਿੰਸ਼ੀਅਲ ਲੈਵਲ। ਹੁਣ ਜਿਹੜੇ ਨੌਨ ਆਫੀਸ਼ੀਅਲ ਮੈਂਬਰਸ ਨੇ ਕਿਹੜੇ ਸੀਗੇ? ਇਹ ਸੀਗੇ ਪ੍ਰਿੰਸੀ ਸਟੇਟ ਦੇ ਜਿਹੜੇ ਮੈਂਬਰ ਸੀਗੇ, ਯਾਨੀ ਕਿ ਉੱਥੇ ਦੇ ਰਾਜਾ ਜਾਂ ਉੱਥੇ ਦੇ ਪ੍ਰਿੰਸ। ਸੈਕਿੰਡ
ਜਿਹੜੇ ਮਰਚੈਂਟ ਸੀਗੇ ਯਾਨੀ ਕਿ ਜਿਹੜੇ ਵਪਾਰੀ ਸੀ ਉਹ, ਥਰਡ ਜਿਹੜੇ ਰਿਚ ਲੈਂਡਲॉर्ड ਸੀ ਜਾਂ ਜ਼ਮੀਨਦਾਰ ਸੀ ਉਹ, ਇਹ ਸਾਰੇ ਨॉन ऑफिशियल ਮੈਂਬਰ ਸੀਗੇ ਪ੍ਰੋਵੀਐਂਸ਼ੀਅਲ ਲੈਜਿਸਲੇਟਿਵ ਕੌਂਸਲ ਦੇ। ਹੁਣ ਆਪਾਂ ਥਰਡ ਪੁਆਇੰਟ ਦੇਖਦੇ ਹਾਂ ਜਿਹੜਾ ਕਿ ਵਨ ਆਫ ਦਾ ਮੋਸਟ ਰਿਮਾਰਕੇਬਲ ਚੇਂਜ ਹੈ ਜੋ ਇਹ ਰਿਫਾਰਮਸ ਲੈ ਕੇ ਆਏ ਸੀਗੇ, ਉਹ ਸੀਗਾ ਇੰਟਰੋਡਕਸ਼ਨ ਆਫ ਸੈਪਰੇਟ ਇਲੈਕਟੋਰੇਟਸ। ਹੁਣ ਜਿਹੜੇ ਮੁਸਲਿਮ ਸੀ ਉਹਨਾਂ ਨੂੰ ਅਲੱਗ ਇੱਕ ਪਲੇਸ ਦੇਤੀ ਸੀ ਇਹਨਾਂ ਨੇ ਲੈਜਿਸਲੇਟਿਵ ਕੌਂਸਲ ਦੇ ਵਿੱਚ, ਤੇ ਨॉन ਮੁਸਲਿਮਸ ਨੂੰ ਅਲੱਗ ਦੇਤੀ ਸੀ। ਯਾਨੀ ਕਿ ਹੁਣ ਜਿਹੜਾ ਵੋਟ ਹੈ ਮੁਸਲਿਮ ਲੀਡਰਸ ਨੂੰ ਸਿਰਫ ਮੁਸਲਿਮ ਕਮਿਊਨਿਟੀ ਪਾਊਗੀ ਤੇ ਨॉन ਮੁਸਲਿਮਸ ਨੂੰ ਨॉन ਮੁਸਲਿਮ ਕਮਿਊਨਿਟੀ ਪਾਊਗੀ। ਬੇਸਿਕਲੀ 1905 ਚ 1905 ਵਿੱਚ ਬੰਗਾਲ ਦੀ ਪਾਰਟੀਸ਼ਨ ਹੋਈ ਸੀ। ਉਸ ਟਾਈਮ ਉੱਥੇ ਦੇ ਜਿਹੜੇ ਵਾਇਸ ਰॉय ਸੀਗੇ ਉਹ ਲਾਰਡ ਕਰਜ਼ਨ ਸੀ, ਤੁਸੀਂ ਹਿਸਟਰੀ 'ਚ ਬਹੁਤ ਡਿਟੇਲ 'ਚ ਪੜ੍ਹਿਆ ਹੋਊਗਾ। ਉਹਨਾਂ ਨੇ ਭਾਰਤ ਨੂੰ ਡਿਵਾਈਡ ਕਰਕੇ ਉੱਤੇ ਰੂਲ ਕਰਨ ਦੀ ਪੋਲਿਸੀ ਇੰਟਰੋਡਿਊਸ ਕਰਤੀ ਸੀ, ਤੇ ਉਹਦਾ ਹੀ ਇੱਕ ਤਰੀਕੇ ਦਾ ਕਹਿ ਲਓ ਇਹ ਸਿੱਟਾ ਸੀਗਾ ਜਿਹੜਾ ਸੈਪਰੇਟ ਇਲੈਕਟੋਰੇਟ ਸੀ, ਉਹ ਲੈਜਿਸਲੇਟਿਵ ਕੌਂਸਲ 'ਚ ਇੰਟਰੋਡਿਊਸ ਕੀਤਾ ਗਿਆ ਸੀ। ਅੱਗੇ ਚੱਲਦੇ ਹਾਂ। ਦਿਸ ਐਕਟ ਲੀਗਲਾਈਜ਼ ਦ ਕਮਿਊਨਲ ਰਿਪਰਜੈਂਟੇਸ਼ਨ। ਹੁਣ ਤੁਹਾਨੂੰ ਪਤਾ ਹੀ ਹੈ ਜੇ ਲੈਜਿਸਲੇਟਿਵ ਕੌਂਸਲ 'ਚ ਕੁਛ ਹੋ ਰਿਹਾ ਹੈ, ਅਗਰ ਉੱਥੇ ਹੀ ਕਮਿਊਨਲ ਰਿਪਰਜੈਂਟੇਸ਼ਨ ਹੋ ਰਹੀ ਹੈ ਤਾਂ ਮਤਲਬ ਇਹ ਲੀਗਲ ਕੰਮ ਹੋ ਰਿਹਾ ਹੈ ਨਾ, ਤਾਂ ਹੀ ਇਸ ਪੁਆਇੰਟ ਦਾ ਮਤਲਬ ਹੈ ਕਿ ਲੀਗਲ ਕਰਤਾ ਸੀਗਾ ਕਮਿਊਨਲ ਰਿਪਰਜੈਂਟੇਸ਼ਨ ਨੂੰ ਮੁਸਲਿਮਸ ਐਂਡ ਨॉन ਮੁਸਲਿਮਸ ਦੇ ਵਿੱਚ ਡਿਵਾਈਡ ਕਰਕੇ। ਅੱਗੇ ਹੈ ਰਿਪਰਜੈਂਟੇਸ਼ਨ ਇਨ ਐਕਸੈਸ ਆਫ ਪਾਪੂਲੇਸ਼ਨ ਅਕॉर्ड ਟੂ ਦ ਮੁਸਲਿਮਸ। ਥਰਡ ਪੁਆਇੰਟ ਹੈ ਇਟ ਪ੍ਰੋਵਾਈਡਡ for the first time association of Indians with the executive council of viceroy and the governor। ਹੁਣ ਸਭ ਤੋਂ ਰਿਮਾਰਕੇਬਲ ਚੇਂਜ ਇੱਕ ਹੋਰ ਜੋ ਆਇਆ ਸੀ ਉਹ ਇਹ ਆਇਆ ਸੀਗਾ ਕਿ ਐਗਜ਼ੀਕਿਊਟਿਵ ਕੌਂਸਲ ਦੇ ਅੰਦਰ ਇੰਡੀਅਨਸ ਨੂੰ ਐਸੋਸੀਏਸ਼ਨ ਮਿਲ ਗਈ ਸੀ। ਇੰਡੀਅਨਸ ਨੂੰ ਸਭ ਤੋਂ ਪਹਿਲਾਂ 1909 ਦੇ ਇੰਡੀਅਨ ਕੌਂਸਲ ਐਕਟ ਦੇ ਅੰਡਰ ਐਗਜ਼ੀਕਿਊਟਿਵ ਕੌਂਸਲ ਦੇ ਵਿੱਚ ਇੰਟਰੋਡਿਊਸ ਕਰ ਦਿੱਤਾ ਗਿਆ ਸੀ, ਐਸੋਸੀਏਟ ਕਰ ਦਿੱਤਾ ਗਿਆ ਸੀ। ਜਿਵੇਂ ਕਿ ਹੁਣ ਤੁਹਾਨੂੰ ਮੈਂ ਪਿਛਲੇ ਐਕਟ ਜਿਹੜਾ ਆਪਾਂ ਪੜ੍ਹਿਆ 1861 ਦਾ, ਉਸ 'ਚ ਦੱਸਿਆ ਸੀਗਾ ਕਿ 3 ਮੈਂਬਰਸ ਨੋਮੀਨੇਟ ਹੋਏ ਸੀਗੇ, ਰਾਜਾ ਆਫ ਬਨਾਰਸ, ਮਹਾਰਾਜਾ ਆਫ ਪਟਿਆਲਾ ਤੇ ਸਰ ਦਿਨਕਰ ਰਾਓ, ਪਰ ਉਹ ਲੈਜਿਸਲੇਟਿਵ ਕੌਂਸਲ ਦੇ ਵਿੱਚ ਸੀਗੇ ਔਰ ਉਹ ਇਲੈਕਟਿਡ ਨਹੀਂ ਸੀ, ਉਹ ਨੋਮੀਨੇਟਡ ਸੀਗੇ ਵਾਇਸ ਰॉय ਦੀ ਕੌਂਸਲ ਦੇ ਵਿੱਚ। ਤੇ ਕਨਫਿਊਜ਼ ਨਹੀਂ ਹੋਣਾ, 1909 ਦੇ ਵਿੱਚ ਐਗਜ਼ੀਕਿਊਟਿਵ ਕੌਂਸਲ ਜਿਹੜੇ ਕਿ ਲਾਅ ਨੂੰ ਇੰਪਲੀਮੈਂਟ ਕਰਦੇ ਨੇ। ਬੇਸਿਕਲੀ ਇਸ ਦੇ ਵਿੱਚ ਜਰਨਲੀ ਵਾਈਟ ਲੋਕੀ ਹੀ ਐਸੋਸੀਏਸ਼ਨ ਰੱਖਦੇ ਸੀ, ਉਹਦੇ ਮੈਂਬਰ ਬਣਦੇ ਸੀਗੇ, ਤੇ ਫਸਟ ਟਾਈਮ ਕੋਈ ਇੰਡੀਅਨ ਸੀ, ਨੇਟਿਵ ਸੀ ਜਿਹਨੂੰ ਇੰਟਰੋਡਿਊਸ ਕੀਤਾ ਸੀਗਾ। ਅੱਗੇ ਚੱਲ ਕੇ ਪੜਾਂਗੇ ਉਹ ਕਿਹੜਾ ਇੰਡੀਅਨ ਸੀਗਾ ਉਹਨਾਂ ਦੇ ਬਾਰੇ। ਯਾਦ ਰੱਖਿਓ 1861 ਚ ਆਪਾਂ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਬਣੇ ਸੀ, ਨੋਮੀਨੇਟਡ ਮੈਂਬਰ ਸੀਗੇ, ਔਰ ਉਹ ਤਿੰਨਾਂ ਦੇ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਤੇ 1909 ਦੇ ਵਿੱਚ ਆਪਾਂ ਐਗਜ਼ੀਕਿਊਟਿਵ ਕੌਂਸਲ ਦੇ ਮੈਂਬਰ ਬਣੇ ਸੀ। ਅੱਗੇ ਚੱਲ ਕੇ ਅਗਲੀ ਸਲਾਈਡ 'ਚ ਆਪਾਂ ਦੇਖਾਂਗੇ ਉਹ ਕਿਹੜੇ ਮਹਾਨ ਹਿੰਦੁਸਤਾਨੀ ਸੀ ਜਿਹੜੇ ਸਭ ਤੋਂ ਪਹਿਲਾਂ ਐਗਜ਼ੀਕਿਊਟਿਵ ਕੌਂਸਲ ਆਫ ਵਾਇਸ ਰॉय ਦੇ ਮੈਂਬਰ ਬਣੇ ਸੀ। ਉਹ ਸੀਗੇ ਸਤਿੰਦਰ ਪ੍ਰਸਾਦ ਸਿਨਹਾ। ਇਹਨਾਂ ਨੂੰ ਕਈ ਜਗ੍ਹਾ ਤੇ ਲਾਰਡ ਸਤਿੰਦਰ ਪ੍ਰਸਾਦ ਸਿਨਹਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਹੀ ਵਾਜ਼ ਵਨ ਆਫ ਦ ਮੋਸਟ potential political leader of Indian history। ਹੁਣ ਇਹ ਜਿਹੜੇ ਤੁਸੀਂ ਫੋਟੋ 'ਚ ਦੇਖ ਰਹੇ ਹੋ ਇਹ ਸੀਗੇ ਸਤਿੰਦਰ ਪ੍ਰਸਾਦ ਸਿਨਹਾ, ਔਰ ਇਹ ਸਭ ਤੋਂ ਪਹਿਲਾਂ ਵਾਇਸ ਰॉय ਦੇ ਐਗਜ਼ੀਕਿਊਟਿਵ ਕੌਂਸਲ ਦੇ ਮੈਂਬਰ ਸੀ, ਫਸਟ ਇੰਡੀਅਨ, ਔਰ ਇਹਨਾਂ ਨੂੰ ਲੀਗਲ ਮੈਂਬਰ ਦੇ ਰੂਪ ਤੇ ਅਪਾਇੰਟ ਕੀਤਾ ਗਿਆ ਸੀ। ਅੱਗੇ ਚੱਲਦੇ ਹਾਂ। ਹੁਣ ਆਪਾਂ ਕੁਝ ਤੱਥ ਯਾਨੀ ਕਿ ਕੁਝ ਫੈਕਟ ਬਾਰੇ ਗੱਲ ਕਰਾਂਗੇ ਜੋ ਆਪਾਂ ਨੂੰ ਇੰਡੀਅਨ ਕੌਂਸਲ ਐਕਟ ਦੇ ਥਰੂ ਇੰਟਰੋਡਿਊਸ ਹੋਏ ਨੇ। ਸਭ ਤੋਂ ਪਹਿਲਾਂ ਜਿਹੜੇ ਲਾਰਡ ਮਿੰਟੋ ਸੀ ਉਹਨਾਂ ਨੂੰ ਫਾਦਰ ਆਫ ਕਮਿਊਨਲ ਇਲੈਕਟੋਰੇਟ ਬੋਲਿਆ ਜਾਂਦਾ ਹੈ। ਜੇ ਕੁਐਸਚਨ ਆਦੇ ਹੂ ਵਾਜ਼ ਦ ਫਾਦਰ ਆਫ ਕਮਿਊਨਲ ਇਲੈਕਟੋਰੇਟ ਤਾਂ ਤੁਸੀਂ ਉਹਦਾ ਨਾਮ ਦੱਸਣਾ ਹੈ ਲਾਰਡ ਮਿੰਟੋ। ਇਸ ਟਾਈਮ ਦੇ ਵਾਇਸ ਰॉय ਸੀ। ਕਮਿਊਨਲ ਇਲੈਕਟੋਰੇਟ ਮੈਂ ਤੁਹਾਨੂੰ ਆਲਰੇਡੀ ਐਕਸਪਲੇਨ ਕਰਤਾ ਹੈ, ਯਾਨੀ ਕਿ
ਜਾਤੀ ਦੇ ਨਾਮ ਤੇ ਇਲੈਕਸ਼ਨਸ ਦੇ ਜਿਹੜੀ ਸੀਟਸ ਹੈ ਉਹਨੂੰ ਡਿਵਾਈਡ ਕਰਨਾ। फिर अगला पॉइंट ये है कि गांधी जी केम बैक टू इंडिया अराउंड 1916 फ्रॉम साउथ अफ्रीका। एस कैपिटल पालन है, थोड़ा एरर है। सो नेक्स्ट डेस्टिनी ऑफ इंडिया वाज इन हिज हैंड्स। हुण तुहानूं पता है कि अराउंड 1916 1916 ਦੇ ਆਸ-ਪਾਸ गांधी जी भारत आ गए सी साउथ अफ्रीका चों, और वो जदों आए सीगे उन्हां ने भारत ਦੀ ਜਿਹੜੀ दशा है देखी, बहुत डिसहार्टनड होए ते उन्होंने बहुत एक्टिवली इंडियन फ्रीडम च पार्टिसिपेट किया। उन्हां दियां पॉलिसी सी जिहड़ियां नॉन वायलेंस दियां, ठीक है, ट्रुथ दियां, कोऑपरेशन दियां, ये सब दे थ्रू उन्होंने भारत की तकदीर बदलने की कोशिश की और बहुत हद तक बदली भी। ते इस नाल ही अपना जिहड़ा ये टॉपिक है इंडियन कौंसल एक्ट 1909 भारती कौंसल एक्ट 1909 खत्म हुंदा है। अगला आपां पढ़ांगे इंडियन कौंसल एक्ट 1919, जिहड़ा कि वन ऑफ द मोस्ट इंपॉर्टेंट है। इन्हां टॉपिक्स चों एक दो क्वेश्चन जरूर आंदे ने। होप है तुहानूं अपना पॉलिटिकल साइंस यानी कि इंडियन पॉलिटी सिविक्स दे बेस थोड़ा इंप्रूवमेंट होया होगा, थोड़ी हेल्प हुई होगी थ्रू दीज वीडियोज़। तो प्लीज़ जे नवे हो तो चैनल नूं सबसक्राइब करो, वीडियोज़ नूं शेयर करो, तो आपां जल्दी तो जल्दी अगली वीडियो भी लैके आवांगे। थैंक यू।